व्यूअर्स वेलकम बैक इन प्रोग्राम जी। डॉक्टर साहब एंड वाले इशू बारे थोड़े विचार जानने चाहेंगे, की कहना चाहोगे तुसीं? देखो कुछ क्विक फेसबुक मैसेजेस ने। वीर अमरजीत सिंह आज लिखते हैं, डॉक्टर साहब सत श्री अकाल। लिविंग विद इल्यूजन्स लाइक ड्रीमिंग विद ओपन आइज। आई एम आल्सो अगेंस्ट डेथ सेंटेंस। इंडिया नीड टू अंडरस्टैंड इट्स नॉट देयर ऑक्यूपाइड टेरिटोरी। वेलकम टू द रियल वर्ल्ड। बिल्कुल ठीक है कि भी ये दिने सुपने देख रहे हैं अखां खोल के जी। ਹੁਣ ਪਾਕਿਸਤਾਨ ਇੱਕ ਆਜ਼ਾਦ ਸੋਵਰਨ ਮੁਲਕ ਹੈ, ਉਹਨਾਂ ਦੇ ਲਾਅ ਨੇ, ਤੁਸੀਂ ਜਸੂਸ ਭੇਜੋ ਉੱਥੇ ਕਤਲੇਆਮ ਕਰਵਾਉਣ ਦੇ ਲਈ ਬੇਗੁਨਾਹ ਦਾ, ਔਰ ਫਿਰ ਤੁਸੀਂ ਕਹੋ ਜੀ ਨਹੀਂ ਉਹ ਤਾਂ ਇਨੋਸੈਂਟ ਜੀ, ਉਹ ਤਾਂ ਇੱਧਰ ਤੇ ਉਧਰੋਂ ਪਹਿਲਾਂ ਤੋਂ ਕਹਾਣੀ ਬਣਾਈ ਜੀ ਉਹਨੂੰ ਈਰਾਨ ਚੋਂ ਚੁੱਕ ਕੇ ਲਿਆਏ। ਬਿਲਕੁਲ ਮਤਲਬ ਝੂਠ। ਔਰ ਇਹਨਾਂ ਦਾ ਸ਼ੁਕਰੀਆ। ਵੀਰ ਕੁਲਵਿੰਦਰ ਸਿੰਘ ਸੰਧੂ ਲਿਖਦੇ ਨੇ, ਜਿਹੜੇ ਇਸ ਗੱਦਾਰ ਨੂੰ ਪੰਜਾਬ ਦਾ ਕਪਤਾਨ ਕਹਿ ਕੇ ਪ੍ਰਚਾਰ ਰਹੇ ਸੀ ਅਤੇ ਦਾਅਵਾ ਕਰਦੇ ਸੀ ਕਿ ਇਹ ਗੱਦਾਰ ਪੰਜਾਬ ਦਾ ਰਾਖਾ ਹੈ, ਖਾਸ ਕਰਕੇ ਜਿਹੜੇ ਅਮਰੀਕਾ ਫੇਰੀ ਦੌਰਾਨ ਅਮਰਿੰਦਰ ਦੀ ਪੂਛ ਫੜੀ ਫਿਰਦੇ ਸੀ, ਹੁਣ ਮਰ ਜਾਓ ਸ਼ਰਮ ਨਾਲ, ਡੁੱਬ ਜੇ ਆਕਾ, ਤੁਹਾਡਾ ਸਿੱਖਾਂ ਦੇ ਕਾਤਲ ਤੇ ਮਿਹਰਬਾਨ ਹੋਇਆ ਫਿਰਦਾ। ਔਰ ਮੈਂ ਸਮਝਦਾ ਵੀ ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ। ਅੱਜ ਹੀ ਸਗੋਂ ਖਬਰ ਸੀ ਕਿ ਬੇਅੰਤ ਬੁੱਚੜ ਜਿਹਨੇ ਪੰਜਾਬ 'ਚ KP ਗਿੱਲ ਔਰ ਇਹਨਾਂ ਇਸ ਜੋੜੀ ਨੇ 50,000 ਤੋਂ ਜ਼ਿਆਦਾ ਨੌਜਵਾਨਾਂ ਦਾ ਘਾਣ ਕੀਤਾ, ਉਹਦੇ ਪੋਤੇ ਨੂੰ ਜਿਹਦੀ ਉਮਰ ਵੀ ਜ਼ਿਆਦਾ ਹੈ, ਜਿਹੜਾ ਕੋਈ ਕੁਆਲੀਫਾਈ ਨਹੀਂ ਸੀ ਕਰਦਾ, ਸਪੈਸ਼ਲ ਆਰਡਰ ਦੇ ਨਾਲ ਅਮਰਿੰਦਰ ਨੇ DSP ਭਰਤੀ ਕੀਤਾ। ਉਹਨੇ ਕਿਹਾ ਜੀ ਸਭ ਸਰਵਿਸ ਰੂਲਸ, ਉਮਰ, ਰਿਟਨ ਟੈਸਟ ਸਭ ਪਾਸੇ, ਔਰ ਉਹਨੂੰ ਜਿਹੜਾ ਹੈ DSP ਜਿਹੜਾ ਉਹ ਲਾ ਦਿਓ। ਸੋ ਜ਼ਾਹਰ ਹੈ KP ਗਿੱਲ ਨਾਲ ਇਹ, ਔਰ ਜੋ ਹੁਣ ਉਹਨੇ ਦਿੱਲੀ 'ਚ ਆਪ ਮੰਨਿਆ ਆਪਣੀ ਕਿਤਾਬ ਰਾਹੀਂ ਵੀ, ਉੱਥੇ ਵੀ ਕਿ ਕਿਵੇਂ ਮੈਂ 21 ਖਾੜਕੂ ਨੌਜਵਾਨਾਂ ਦਾ ਕਤਲ ਕਰਵਾਇਆ ਚੰਦਰ ਸ਼ੇਖਰ ਦੇ ਹਵਾਲੇ ਕਰਕੇ, ਔਰ ਇਹ ਹੁਣ ਅਕਾਊਂਟੇਬਿਲਿਟੀ ਦੀ ਇਸ ਤੇ ਗੱਲ ਆਏਗੀ ਜੀ। ਔਰ ਕੁਛ ਮੈਂ ਨਾ ਹੀ ਪੜਾਂਗਾ, ਵਕਤ ਦੀ ਸੀਮਾ ਦੇਖਦੇ ਹਾਂ। ਨਿੰਦਰ ਸਿੰਘ, ਰਘਬੀਰ ਸਿੰਘ, ਕੁਲਵਿੰਦਰ ਸਿੰਘ ਸੰਧੂ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਘਬੀਰ ਸਿੰਘ, ਕਸ਼ਮੀਰ ਵਿਰਕ, ਸੈयद ਰਸੂਲ, ਲਵਜੀਤ ਸਿੰਘ, ਦਾਰਾ ਸਿੰਘ ਢੇਸੀ, ਜੀਤਾ ਸੰਦਰ, ਜੁਝਾਰ ਵਿਰਕ, ਸੰਦੀਪ ਸਿੰਘ ਜੀ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। और सैयद रसूल साहब ने खालिस्तान जिंदाबाद का नारा बुलंद किया। असीं इन्हां दा शुक्रिया अदा करते हैं। और फिर सिंह सरदार, बलजीत सिंह, सिकंदर सिंह, इन्हां सारियां ने भी फतेह अर्ज की जी। और मैं एक अनाउंसमेंट भी करते हैं, असीं 2 हफ्ते पहला गुरुद्वारा साहब रामगढ़िया सिख सोसाइटी विखे, जिथे 12 मिसलों प्रमुख मिसल सरदार जस्सा सिंह रामगढ़िया जी, जिन्हों ने सरदार बघेल सिंह, सरदार जस्सा सिंह आलूवाली और 30,000 खालसे की फौज ने दिल्ली फतेह की 1783 उन्होंने याद च दिन से उसनू बेशक ब्रीफ कवरेज है 1 घंटे की कवर किया साडी टीम ने। सो अज 9:30 तो 10:30 वाले 9 तो 10 9 तो 10 जी, अच्छा 9 तो 10 वाले स्लॉट ਦੇ ਵਿੱਚ ਉਸ ਨੂੰ ਦਿਖਾਇਆ ਜਾਏਗਾ। ਔਰ ਦਰਸ਼ਕ ਟਿਊਨਰ ਰਹਿਣ। ਹਾਂਜੀ, ਮੈਂ ਕਿਹਾ ਦਰਸ਼ਕ ਟਿਊਨਰ ਰਹਿਣ। ਹਾਂ। ਸਲੇਵਰੀ ਜੀ, ਬਹੁਤ ਵਾਰ ਜਦੋਂ ਅਸੀਂ ਗੁਲਾਮ ਦੀ ਗੱਲ ਕਰਦੇ ਹਾਂ, ਮੇਰੇ ਵੀ ਦਿਮਾਗ 'ਚ ਹਰ ਇੱਕ ਦੇ ਸਲੇਵਰੀ ਹੁੰਦਾ ਹੈ ਕਿ ਜੀ ਕਿਵੇਂ ਕਾਲਿਆਂ ਨੂੰ ਇਹ ਖਰੀਦਦੇ ਸੀ ਜਾਂ ਕੋਈ ਗੁਲਾਮ ਵਿਕਦੇ ਸੀ, ਕਿਸੇ ਜ਼ਮਾਨੇ 'ਚ ਨਿਲਾਮੀ ਹੁੰਦੀ ਸੀ, ਟਕੇ 'ਚ ਵਿਕਦੇ ਸੀ। ਜਾਂ ਅਸੀਂ ਗਜ਼ਨੀ, ਬਸਰਾ, ਬਗਦਾਦ ਦੀ ਗੱਲ ਕਰਦੇ हैं कि अजमत किवें टके 'ਚ ਵਿਕੇ, ਉਹ ਗੁਲਾਮੀ ਸੀ ਕਿਉਂਕਿ ਜੋ ਉਹਨਾਂ ਨੂੰ ਖਰੀਦਦਾ ਸੀ ਉਹਦਾ ਉਹਨਾਂ ਦਾ ਆਕਾ ਹੁੰਦਾ ਸੀ, ਮਾਲਕ ਹੁੰਦਾ ਸੀ। ਪਰ ਅੱਜ ਮਾਡਰਨ ਵਰਲਡ ਦੇ ਵਿੱਚ ਸਲੇਵਰੀ ਨੂੰ ਵੀ ਰੀਡਿਫਾਈਨ ਕੀਤਾ ਔਰ ਇੱਕ ਵਾਕ ਫ੍ਰੀ ਫਾਊਂਡੇਸ਼ਨ ਹੈ ਆਸਟ੍ਰੇਲੀਅਨ ਐਡਵੋਕੇਸੀ ਗਰੁੱਪ, ਉਹ ਸਲੇਵਰੀ ਮਾਡਰਨ ਕੀ ਹੈ ਉਸ ਬਾਰੇ ਹਰ ਸਾਲ ਰਿਪੋਰਟ ਕੱਢਦੇ ਨੇ। ਤੇ ਉਹਨਾਂ ਨੇ ਗਲੋਬਲ ਸਲੇਵਰੀ ਇੰਡੈਕਸ 2016 ਇਸ ਦੇ ਥੱਲੇ ਜਿਹੜੀ ਰਿਪੋਰਟ ਕੱਢੀ ਹੈ ਉਹਦੇ 'ਚ ਉਹਨਾਂ ਨੇ ਕਿਹਾ, ਔਰ ਹੈਡਲਾਈਨ ਮੈਂ ਉਵੇਂ ਹੀ ਪੜ੍ਹ ਦਿੰਦਾ, ਸਕਰੋਲ ਜਿਹੜੀ ਪਬਲੀਕੇਸ਼ਨ ਹੈ ਉਹਨਾਂ ਨੇ ਸਟੋਰੀ ਛਾਪੀ ਹੈ। ਹਾਫ ਆਫ ਇੰਡੀਆ ਇਜ਼ ਸਸੈਪਟੇਬਲ ਟੂ ਮਾਡਰਨ ਸਲੇਵਰੀ ਐਂਡ ਇਟਸ ਟਾਈਮ ਵੀ ਡਿਡ ਸਮਥਿੰਗ ਅਬਾਊਟ ਇਟ। ਮੋਰ ਦੈਨ 18 ਮਿਲੀਅਨ ਪੀਪਲ ਆਰ ਲਿਵਿੰਗ ਇਨ ਸਲੇਵਰੀ ਇਨ ਦਾ ਕੰਟਰੀ। ਕਿ ਭਾਰਤ ਦੇ ਵਿੱਚ ਅੱਜ ਵੀ 18 ਮਿਲੀਅਨ ਲੋਕ, 18 ਮਿਲੀਅਨ ਦਾ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਵੱਡੀ ਗਿਣਤੀ ਬਣਦੀ ਹੈ। 18 ਮਿਲੀਅਨ ਲੋਕ, ਕਲੋਜ਼ ਟੂ 2 ਕਰੋੜ ਸਲੇਵਰੀ 'ਚ ਰਹਿੰਦੇ ਨੇ। ਔਰ 50% ਇੰਡੀਅਨ, ਹੁਣ ਜੇ 1 ਬਿਲੀਅਨ 300 ਮਿਲੀਅਨ ਹੈ ਤਾਂ ਤੁਸੀਂ ਜਿਹੜਾ 650 ਮਿਲੀਅਨ ਦੇ ਕਰੀਬ ਜਿਹੜੇ ਨੇ ਉਹ
ਸਲੇਵਰੀ ਦੇ ਨੇੜੇ ਨੇ, ਕਿਸੇ ਵੇਲੇ ਵੀ ਉਸ ਕੈਟਾਗਰੀ 'ਚੋਂ ਆ ਸਕਦੇ ਨੇ। ਹੁਣ ਦਾ ਵਰਡ ਸਲੇਵਰੀ ਟਿਪੀਕਲੀ ਇਵੋਕਸ ਹਾਰਰ with images of African slaves being inhumanly exploited in North America a couple of centuries ago। ਕਿ ਜਦੋਂ ਅਸੀਂ ਸਲੇਵ ਸ਼ਬਦ ਸੁਣਦੇ ਹਾਂ ਤੇ ਫਿਰ ਨਾਰਥ ਅਮਰੀਕਾ ਚੋਂ ਆਉਂਦਾ ਹੈ ਵੀ ਕਿਵੇਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਸੀ। ਬਟ ਮਾਡਰਨ ਸਲੇਵਰੀ ਇਜ਼ ਆਲ ਟੂ ਰੀਅਲ ਐਂਡ ਰਾਈਟ ਇਨ ਆਵਰ ਬੈਕਯਾਰਡ। ਪਰ ਅੱਜ ਦੀ ਜਿਹੜੀ ਗੁਲਾਮੀ ਹੈ ਉਹ ਸਾਡੇ ਸਾਹਮਣੇ ਔਰ ਸਾਡੇ ਬੈਕਯਾਰਡ 'ਚ ਹੀ ਹੈ। ਇੰਡੀਆ ਹੈਜ਼ ਅਲਾਰਮਿੰਗਲੀ emerged at the top in the Global Slavery Index 2016 compiled by the Walk Free Foundation and Australian Advocacy। मैं आगे क्या है भी ਉਹਦੇ 'ਚ ਜਿਹੜੇ ਸਲੇਵਰੀ 'ਚ ਭਾਰਤ ਇਸ ਵੇਲੇ ਦੁਨੀਆ 'ਚ ਟੌਪ ਤੇ ਹੈ ਜੀ। More than 18 million people in the country still live in slavery while half of the population is susceptible to modern slavery according to report। मैं already ਦੱਸ ਦਿੱਤੇ। Modern slavery is defined by Global Slavery Index as ਕੀ definition ਹੈ modern slavery ਦੀ? Situations where one person has taken away another person's freedom to control their body, their freedom to choose, to refuse certain work, or to stop working so that they can be exploited. Freedom is taken away by threats, violence, coercion, abuse of power, and deception। ਇਹ ਸਲੇਵਰੀ ਦੀ ਪਰਿਭਾਸ਼ਾ ਹੈ ਕਿ ਵੀ ਕੋਈ ਵੀ ਤਰੀਕਾ ਉਹ ਭਾਵੇਂ ਹਿੰਸਾ ਨਾਲ ਹੋਏ, ਧਮਕੀਆਂ ਨਾਲ ਹੋਏ, ਕਿਸੇ ਨੂੰ ਦਬਾ ਕੇ ਹੋਏ, ਤਾਕਤ ਦੀ ਕੁਵਰਤੋਂ ਕਰਕੇ ਹੋਏ, ਧੋਖੇ ਨਾਲ ਹੋਏ, ਉਹਨਾਂ ਦੀ ਫਰੀडम ਨੂੰ ਖੋਹ ਲੈਣਾ। ਉਸ ਫਰੀडम ਦੇ ਵਿੱਚ ਉਹਦੇ 'ਚ ਜਿਹੜੀ ਹੈ ਉਹਨਾਂ ਦੀ ਬਾਡੀ ਸਰੀਰਕ ਤੌਰ ਤੇ ਉਹਨਾਂ ਦੀ ਫਰੀडम ਚੂਜ਼ ਕਰਨ ਦੀ ਕੀ ਗਲਤ ਹੈ ਕੀ ਠੀਕ ਹੈ, ਕੀ ਕੰਮ ਉਹਨਾਂ ਨੇ ਕਰਨਾ ਹੈ ਕੀ ਨਹੀਂ ਕਰਨਾ, ਜਾਂ ਉਹਨਾਂ ਨੂੰ ਕੰਮ ਰੋਕਣ ਤੇ ਮਜਬੂਰ ਕਰਨਾ, ਇਹਨੂੰ ਉਹਨਾਂ ਨੇ ਸਲੇਵਰੀ ਕਿਹਾ। ਮਾਡਰਨ ਸਲੇਵਰੀ ਇਨ ਇੰਡੀਆ ਕੰਪਰਾਈਜ਼ਸ ਬੌਂਡਡ ਲੇਬਰ, ਜਿਹੜੇ ਬੰਧੂਆ ਮਜ਼ਦੂਰ ਜਿਹਨਾਂ ਨੂੰ ਕਹਿੰਦੇ ਨੇ, ਇਹ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਦੁਨੀਆ 'ਚ ਜੀ। ਕਮਰਸ਼ੀਅਲ ਸੈਕਸ਼ੂਅਲ ਐਕਸਪਲੋਇਟੇਸ਼ਨ, ਸਭ ਤੋਂ ਜ਼ਿਆਦਾ ਦੇਹ ਵਪਾਰ, ਔਰ ਉਹ ਨੇਪਾਲ ਹੋਏ, ਦੂਜੇ ਗਰੀਬ ਹੋਣ, ਦੁਨੀਆ ਭਰ ਦੇ ਵਿੱਚ ਜਿਹੜੀ ਇਹ ਇੱਕ ਬੜੀ ਵੱਡੀ ਟ੍ਰੈਫਿਕਿੰਗ ਹੈ, ਜਿਹੜੀ ਹਿਊਮਨ ਟ੍ਰੈਫਿਕਿੰਗ ਹੈ, ਉਹ ਭਾਰਤ ਉਹਦਾ ਸਰਗਣ ਹੈ। ਫੋਰਸਡ ਬੈਗਿੰਗ, ਇੱਕ ਬੈਗਿੰਗ ਲੋੜ ਨਾਲ ਫੋਰਸਡ, ਇੱਕ ਪੂਰੀ ਇਹਨਾਂ ਦਾ ਮਾਫੀਆ ਹੈ ਬੈਗਰਸ ਦਾ। ਕਿਵੇਂ ਬੱਚੇ ਚੁੱਕਦੇ ਨੇ, ਕਿਵੇਂ ਉਹਨਾਂ ਨੂੰ ਬੈਗਰ ਬਣਾਇਆ ਜਾਂਦਾ ਹੈ, ਔਰ ਕਿਵੇਂ ਉਹਨਾਂ ਨੂੰ ਜਿਹੜਾ ਹੈ ਫਿਰ ਉਹ ਪੂਰਾ ਇੱਕ ਮਾਫੀਆ ਉਹਨਾਂ ਨੂੰ ਕੰਟਰੋਲ ਕਰਦਾ ਜੀ। ਫੋਰਸਡ ਰਿਕਰੂਟਮੈਂਟ ਇਨਟੂ ਨਾਨ ਸਟੇਟ ਆਰਮਡ ਗਰੁੱਪਸ, ਈਵਨ ਜਿਹੜੀਆਂ ਕੁਛ ਇਨਸਰਜੈਂਸੀਜ਼ ਨੇ, ਜਿਹੜੀਆਂ ਸਰਕਾਰ ਦੇ ਖਿਲਾਫ ਲੜਨ ਵਾਲੀਆਂ ਤਨਜ਼ੀਮਾਂ, ਉਹਨਾਂ 'ਚ ਵੀ ਕਈ ਵਾਰ ਉਹ ਜ਼ਬਰਦਸਤੀ ਬੱਚਿਆਂ ਨੂੰ ਸ਼ਾਮਲ ਕਰਵਾਉਂਦੇ ਨੇ। ਫੋਰਸਡ ਔਰ ਸਰਵਾਇਲ ਮੈਰਿਜ, ਧੱਕੇ ਨਾਲ ਵਿਆਹ ਕਰਨਾ ਬੱਚੀਆਂ ਛੋਟੀਆਂ ਦਾ, ਔਰ ਅੱਜ ਵੀ ਭਾਰਤ ਦੇ ਵਿੱਚ ਰਾਜਸਥਾਨ ਵਰਗੀ ਸਟੇਟ 'ਚ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਬਾਲ ਵਿਆਹ ਹੁੰਦੇ ਨੇ ਜੀ। ਚਾਈਲਡ ਲੇਬਰ, ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਿਸੇ ਘਰ ਵੱਲ ਨਜ਼ਰ ਮਾਰ ਲਓ, ਮੁੰਡੂ ਕੀ ਹੁੰਦਾ ਹੈ? ਉਹਦੀ ਬੱਚੇ ਦੀ ਪੜ੍ਹਨ ਦੀ ਉਮਰ ਹੈ ਤੇ ਉਹਨੂੰ ਅਸੀਂ ਘਰਾਂ ਦੇ ਵਿੱਚ ਕਿਸ ਕਿਸਮ ਦੇ ਕੰਮ ਤੇ ਲਾਇਆ ਹੁੰਦਾ। ਇਹ ਸਾਰੇ ਉਸ ਸਲੇਵਰੀ ਦਾ ਹਿੱਸਾ ਨੇ। ਇਟ ਇਜ਼ ਪ੍ਰੈਵਲੈਂਟ ਇਨ ਕੰਸਟਰਕਸ਼ਨ, ਤੁਸੀਂ ਉੱਥੇ ਜਾ ਕੇ ਜਿਹੜੇ ਕੰਸਟਰਕਸ਼ਨ ਸਾਈਟਸ ਤੇ ਦੇਖੋਗੇ ਬੱਚੇ ਲੱਗੇ ਹੁੰਦੇ ਨੇ ਛੋਟੇ ਛੋਟੇ। ਮੈਨੂਫੈਕਚਰਿੰਗ, ਉਹ ਟੋਏ ਬਣ ਰਹੇ ਹੋਣ, ਕੋਈ ਹੋਰ ਹੋਏ, ਮਾਈਨਸ ਹੋਣ, ਪਟਾਕੇ ਹੋਣ, ਸਾੜੀ ਇੰਡਸਟਰੀ ਹੈ ਬਨਾਰਸ, 80% ਬੱਚੇ ਜਿਹੜੇ ਨੇ ਉਹਦੇ 'ਚ ਲਾਏ ਹੁੰਦੇ ਨੇ। ਐਗਰੀਕਲਚਰ, ਖੇਤੀਬਾੜੀ ਐਂਡ ਫਿਸ਼ਿੰਗ ਇੰਡਸਟਰੀਜ਼, ਮੱਛੀ ਫੜਨ ਵਾਲੇ 'ਚ, ਬ੍ਰਿਕ ਕਿਲਨਸ, ਇੱਟਾਂ ਦੇ ਭੱਠਿਆਂ 'ਚ। ਜਿੰਨੇ ਇਧਰੋਂ ਤੁਹਾਡੇ ਰਾਜਸਥਾਨ 'ਚ ਬਾਗੜੀ ਤੇ ਦੂਜੀ ਜਿੰਨੀ ਲੇਬਰ ਆਉਂਦੀ ਆ, ਉਹਨਾਂ 'ਚ ਔਰਤਾਂ ਦੇ ਨਾਲ ਛੋਟੇ ਬੱਚੇ ਵੀ ਹੁੰਦੇ ਨੇ ਜਿਹੜੇ ਉਹਨਾਂ ਨੂੰ ਕੰਮੀ ਲਾਇਆ ਹੁੰਦਾ। ਪ੍ਰੋਡਿਊਸਿੰਗ ਬਲੱਡ ਬ੍ਰਿਕਸ ਬੀਇੰਗ ਦਾ ਵਰਸਟ ਅਫੈਂਡਰਸ, ਕਿ ਵੀ ਇਹ ਤਾਂ ਉਹਨਾਂ ਦੇ ਖੂਨ ਦੀਆਂ ਹੀ ਬਣੀਆਂ ਹੋਈਆਂ ਇੱਟਾਂ ਨੇ। Vulnerability to slavery in India has some common elements with poverty and the lack of capacity to absorb shocks and deep structural inequalities reflecting gender, caste and tribe, all being highly relevant, the report said। उन्होंने कहा जी भारत च बहुत ज़्यादा vulnerability है slavery ਨੂੰ, और ਗਰੀਬੀ ਅੰਤਾਂ ਦੀ ਹੈ, ਔਰ ਇਸ ਕਿਸਮ ਦਾ ਕਿ ਉਹਨਾਂ ਦੀ ਕਬੀਲੇ ਛੋਟੀਆਂ ਜਾਤਾਂ ਦੇ ਲੋਕ ਵਿਚਾਰੇ ਜਾਂ ਦੂਜੇ
ਉਹਨਾਂ ਨੂੰ ਇਸ ਨਾ ਬਰਾਬਰੀ ਦੇ ਮੂੰਹ 'ਚ ਧੱਕ ਦਿੱਤਾ ਜਾਂਦਾ ਹੈ। ਜੀ One may look the other way, but domestic help is another common and often ignored area of modern slavery, where those employed as cleaners, cooks, caretakers are given meager salaries for working long and extra hours and commonly subjected to mental, sexual, and physical abuse. The last thing one might have expected in the 21st century is slavery, but India clearly has not seen its back. ਤੇ ਇਸ ਤੋਂ ਇਲਾਵਾ ਜਿਹੜੇ ਕਲੀਨਰ ਨੇ, ਕੱਪੜੇ ਧੋਣ ਵਾਲੇ, ਧੋਬੀ, ਖਾਣਾ ਬਣਾਉਣ ਵਾਲੇ, ਉਹਨਾਂ ਨੂੰ ਥੋੜੇ ਥੋੜੇ ਪੈਸਿਆਂ ਦੇ ਉੱਤੇ ਪਹਿਲਾਂ ਉਹਨੂੰ ਕਹਿਣਗੇ ਕੋਈ ਨਹੀਂ ਜਮ੍ਹਾਂ ਕਰ ਰਹੇ ਅਸੀਂ ਤੇਰੇ, ਤੂੰ ਜਦੋਂ ਜਾਏਗਾ ਤਾਂ ਫਿਰ ਬਾਅਦ 'ਚ ਉਹਨਾਂ ਨੂੰ ਵੀ ਮਾਰ ਲੈਂਦਾ ਨੇ, ਤਨਖਾਹਾਂ ਨੂੰ ਵੀ। ਔਰ ਇਹ ਸਾਰਾ ਜਿਹੜਾ ਪਾਰਟ ਆ, ਉਹਨੂੰ ਕਿਹਾ ਜੀ 21ਵੀਂ ਸਦੀ 'ਚ ਜਿਹੜੀ ਗੱਲ 'ਚ ਭਾਰਤ ਸਭ ਤੋਂ ਅੱਗੇ ਹੈ ਉਹ ਸਲੇਵਰੀ ਹੈ। ਸੋ ਇਹ ਮਹਾਨ ਭਾਰਤ ਦੀ ਇੱਕ ਹੋਰ ਜਿਹੜੀ ਖੂਬੀ ਜਿਹੜੀ ਕਿ ਇਸ ਰਿਪੋਰਟ ਦੇ ਵਿੱਚ ਬਿਆਨੀ ਗਈ ਹੈ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਹਫ਼ਤੇ 'ਚ ਇੱਕ ਦਿਨ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਜੀ। ਅੱਜ ਅਸੀਂ ਗੌੜੀ ਬੈਰਾਗਣ ਰਵਿਦਾਸ ਜੀ ਉਹ ਸ਼ਬਦ ਚੁਣਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਘਟ ਅਵ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ, ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ, ਰਹਾਓ ਹਉ ਬਣਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ, ਮੈਂ ਰਾਮ ਨਾਮ ਤਨ ਲਾਦਿਆ, ਬਿਖ ਲਾਦੀ ਸੰਸਾਰ, ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਹੋ ਆਲ ਪਤਾਲ, ਮੋਹੇ ਜਮ ਡੰਡ ਨ ਲਾਗਈ, ਤਜੀਲੇ ਸਰਬ ਜੰਜਾਲ, ਜੈਸਾ ਰੰਗ ਕਸੁੰਭ ਕਾ, ਤੈਸਾ ਇਹੋ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਛਮਾਰ। ਜੀ ਹੁਣ ਇਹਦੇ 'ਚ ਭਗਤ ਜੀ ਨੇ ਜਿਹੜੇ ਵਣਜਾਰਿਆਂ ਦੇ, ਵਪਾਰੀਆਂ ਦੇ ਕਾਫਲੇ, ਕਿਉਂਕਿ ਗੱਡੇ ਹੁੰਦੇ ਸਨ, ਗੱਡਿਆਂ ਦੇ ਉੱਤੇ ਹੀ ਲੱਦਿਆ ਜਾਂਦਾ ਸੀ ਸਭ ਕੁਝ, ਔਰ ਉਹ ਕਾਫਲੇ ਦੇ ਰੂਪ 'ਚ ਚੱਲਦੇ ਸੀ, ਕਿਉਂਕਿ ਲੁੱਟਮਾਰ ਹੁੰਦੀ ਹੈ ਜਾਂ ਹੋਰ ਦੁਰਗਮ, ਕਿਤੇ ਪਹਾੜ ਹੈ, ਕਿਤੇ ਔਖੀ ਧਰਤੀ ਹੈ, ਸੋ ਇਕੱਠੇ ਚੱਲਦੇ ਸੀ। ਉਸ ਨੂੰ ਟਾਂਡਾ ਕਿਹਾ ਜਾਂਦਾ ਸੀ ਜਿਹੜਾ ਉਹ ਹੈ। ਔਰ ਭਗਤ ਰਵਿਦਾਸ ਜੀ ਨੇ ਉਸ ਵਣਜਾਰਿਆਂ ਦੇ ਸਮੂਹ ਜਿਹੜੇ ਕਿ ਟਾਂਡੇ ਦੇ ਰੂਪ ਦੇ ਵਿੱਚ ਤੁਰਦੇ ਨੇ, ਉਸ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਰੱਬ ਦੇ ਨਾਂ ਦਾ ਵਣਜਾਰਾ, ਔਰ ਇਹ ਕਹਿ ਕੇ ਕਿ ਭਾਈ ਮੈਨੂੰ ਕੋਈ ਜਿਹੜਾ ਹੈ ਮੇਰਾ ਟਾਂਡਾ ਲਾ ਦਿਓ ਜਾਏ ਰੇ, ਕਿ ਮੈਨੂੰ ਦੱਸੋ ਕਿ ਮੇਰੇ ਇਸ ਵਣਜ ਦੇ ਵਿੱਚ ਮੇਰੀ ਮਦਦ ਕਰੋ, ਮੈਂ ਵੀ ਉਸ ਦੇ ਰਾਮ ਦੀ ਵਣਜਾਰਨ ਹੈ, ਉਸ ਦੇ ਵਾਹਿਗੁਰੂ ਦੇ ਨਾਂ ਦਾ ਵਪਾਰੀ ਹੈ। ਸੋ ਉਹਦੇ 'ਚ ਇਹ ਕਹਿ ਕੇ ਸ਼ੁਰੂਆਤ ਹੈ ਸ਼ਬਦ ਦੀ ਕਿ ਭਾਈ ਇਹ ਜਿਹੜਾ ਜ਼ਿੰਦਗੀ ਦਾ ਰਸਤਾ ਹੈ, ਘਟ ਅਵਗਟ ਡੂਗਰ ਕਣਾ, ਘਟ ਕਹਿੰਦੇ ਨੇ ਜਿਹੜਾ ਰਸਤੇ ਨੂੰ, ਅਵਕਟ ਹੈ ਬੜੀ ਔਖੀ ਘਾਟੀ, ਇਹ ਜੀਵਨ ਦੀ ਜਿਹੜੀ ਚੈਲੰਜਸ ਨੇ ਇਹ ਬਹੁਤ ਔਖੇ ਨੇ। ਇਵੇਂ ਹੀ ਹੈ ਡੂਗਰ ਕਣਾ, ਡੂਗਰ ਪਹਾੜ ਨੂੰ ਕਹਿੰਦੇ ਨੇ ਕਿ ਬਹੁਤ ਪਹਾੜ ਨੇ, ਪਹਾੜ ਉਚਾਈ ਹੁੰਦੀ ਹੈ ਔਰ ਟੋਆ ਗਿਰਾਨ ਹੁੰਦੀ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਟੋਏ ਟਿੱਬੇ, ਟਿੱਬਾ ਉੱਚਾ ਹੁੰਦਾ ਹੈ, ਟਿੱਬਾ, ਸੋ ਜਦੋਂ ਅਸੀਂ ਜ਼ਿੰਦਗੀ ਦੀ ਵਾਕ ਦੀ ਗੱਲ ਕਰਦੇ ਹਾਂ, ਜ਼ਿੰਦਗੀ ਟੋਇਆਂ ਟਿੱਬਿਆਂ ਚੋਂ ਨਿਕਲਦੀ ਹੈ, ਮਤਲਬ ਹੈ ਦੁੱਖ ਸੁੱਖ ਚੋਂ, ਮੁਸ਼ਕਲ ਚੋਂ, ਅਪਸ ਐਂਡ ਡਾਊਨਸ ਇਹਨੂੰ ਕਹਿੰਦੇ ਨੇ। ਕਿ ਘਟ ਅਵਗਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਕਿ ਮੈਂ ਤਾਂ ਇੱਕ ਮਾੜਚੂ ਜਿਹਾ, ਜਿਵੇਂ ਜਦੋਂ ਕਾਫਲਾ ਤੁਰਦਾ ਹੈ ਤੇ ਹੁਣ ਬੌਲਦੀ ਹੁੰਦੇ ਸੀ ਜਿਹੜਾ ਉਸ ਗੱਡੇ ਨੂੰ ਹਿੱਕਦੇ ਨੇ, ਵੀ ਮੈਂ ਤਾਂ ਮਾੜਚੂ ਜਿਹਾ ਬੈਲ ਹੈ ਤੇ ਮੈਂ ਕਿਵੇਂ ਇਸ ਸਾਰੇ ਨੂੰ ਕੈਰੀ ਕਰ ਸਕਦਾ ਹਾਂ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ, ਰਮਈਆ ਸੋਹਣਾ ਰਾਮ, ਕਿ ਉਸ ਸੋਹਣੇ ਪਿਆਰੇ ਅੱਗੇ ਮੇਰੀ ਬੇਨਤੀ ਹੈ ਕਿ ਮੈਂ ਇਹ ਮਾੜਚੂ ਜਿਹਾ ਬੈਲ, ਮੇਰੀ ਪੂੰਜੀ ਮੈਂ ਇਹੀ ਹੈ, ਰਾਖ ਮੁਰਾਰ, ਤੁਸੀਂ ਆਪ ਹੀ ਕਿਰਪਾ ਕਰੋ। ਕੋ ਬਣਜਾਰੋ ਰਾਮ ਕੋ, ਕੋਈ ਹੈ ਉਸ ਦੇ ਨਾਂ ਦਾ ਵਣਜਾਰਾ, ਉਸ ਦੇ ਨਾਂ ਦਾ ਵਪਾਰੀ, ਮੇਰਾ ਟਾਂਡਾ ਲਾਦਿਆ ਜਾਏ ਰੇ, ਜਿਹੜਾ ਕਿ ਮੇਰੇ ਟਾਂਡੇ ਨੂੰ, ਮੇਰੇ ਇਸ ਕਾਫਲੇ ਨੂੰ ਵੀ ਲੱਦ ਸਕੇ, ਇਸ ਰਾਮ ਦੇ ਵਣਜਾਰੇ ਨੂੰ। ਹਉ ਬਣਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ, ਮੈਂ ਵੀ ਵਪਾਰੀ ਹਾਂ ਪਰ ਰਾਮ ਦੇ ਨਾਂ ਦਾ, ਮੈਂ ਸਹਿਜ ਹਾਸਲ ਕਰਨ ਦੇ ਲਈ ਸਹਿਜ ਦਾ ਵਪਾਰ ਕਰਦਾ, ਮੈਂ ਰਾਮ ਨਾਮ ਧਨ ਲਾਦਿਆ। ਹੁਣ ਉਹਨਾਂ ਕਾਫਲਿਆਂ ਦੇ ਵਿੱਚ ਕੋਈ ਲੂਣ ਹੈ, ਕੋਈ ਆਟਾ ਹੈ, ਕੋਈ ਚੌਲ ਹੈ, ਕੋਈ ਹੋਰ ਲੱਦ ਹੈ, ਵੀ ਮੇਰੇ ਇਸ ਮਾੜਚੂ ਬੈਲ ਵਾਲੇ ਕਾਫਲੇ 'ਚ
ਤਾਂ ਮੈਂ ਰਾਮ ਨਾਮ ਦੇ ਧਨ ਨੂੰ ਲੱਦਿਆ, ਬਿਖ ਲਾਦੀ ਸੰਸਾਰ। ਜਦੋਂ ਕਿ ਦੁਨੀਆਦਾਰੀ ਵਾਲਾ ਜਿਹੜਾ ਜੀਵਨ ਜਿਉਣ ਵਾਲੇ ਨੇ ਉਹ ਜ਼ਹਿਰ ਦੇ ਵਪਾਰੀ ਨੇ, ਉਹ ਜ਼ਹਿਰ ਲੱਦ ਰਹੇ ਨੇ, ਵਕਾਰਾਂ ਦਾ ਜ਼ਹਿਰ ਜਿਹੜਾ ਹੈ ਉਸ ਦੇ ਵਿੱਚੋਂ ਲੱਗੇ ਹੋਏ ਨੇ। ਉਰਵਾਰ ਪਾਰ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ। ਹੁਣ ਇਹ ਇੱਕ ਵਿਸ਼ਵਾਸ ਰਿਹਾ ਉਸ ਖਿੱਤੇ 'ਚ ਕਿ ਜੋ ਕੁਝ ਅਸੀਂ ਕਰਦੇ ਹਾਂ, ਦੋ ਦੂਤ ਬੈਠੇ ਹੋਏ ਨੇ, ਚਿੱਤਰ ਤੇ ਗੁਪਤ ਜੀ, ਉਹ ਹਿਸਾਬ ਕਿਤਾਬ ਲਿਖਦੇ ਨੇ। ਹਾਲਾਂ ਮੈਨੂੰ ਲੱਗਦਾ ਹੈ ਵੀ ਚਿੱਤਰ ਗੁਪਤ ਇਵੇਂ ਸ਼ਬਦ ਆਇਆ ਹੋਏਗਾ ਕਿ ਉਹ ਜਿਹੜਾ ਨਜ਼ਰ ਨਾ ਆਏ, ਗੁਪਤ ਹੋਏ। ਜੋ ਵੀ ਅਸੀਂ ਕਰਦੇ ਹਾਂ ਉਹ ਸਾਡੇ ਮਨ 'ਚ ਕਿਤੇ ਰਜਿਸਟਰ ਹੁੰਦੇ ਜੀ, ਔਰ ਉਹੀ ਅਲਟੀਮੇਟਲੀ ਸਾਡੇ ਕਰਮ ਬਣਦੇ ਨੇ, ਉਹੀ ਸਾਡਾ ਹਿਸਾਬ ਬਣਦਾ। ਕੋਈ ਕਲਮ ਦਵਾਤ ਲੈ ਕੇ ਤਾਂ ਬੈਠੇ ਨਹੀਂ ਹੋਏ ਕਿ ਵੀ। ਲੇਕਿਨ ਭਗਤ ਜੀ ਨੇ ਇਸ ਨੂੰ ਵੀ ਰੈਫਰ ਕਰਦੇ ਆ ਕਿਹਾ ਕਿ ਭਾਈ ਮੈਂ ਕਿਉਂਕਿ ਰੱਬ ਦਾ ਵਣਜਾਰਾ ਤੇ ਉਹਨਾਂ ਨੂੰ ਚਿੱਤਰਗੁਪਤ ਨੂੰ ਕਹਿ ਰਹੇ ਨੇ ਵੀ ਊਲ ਜਲੂਲ ਤੁਸੀਂ ਲਿਖਣਾ, ਆਲ ਪਤਾਲ ਲਿਖ ਲਓ, ਜੋ ਮਰਜ਼ੀ ਮੇਰੇ ਖਾਤੇ 'ਚ ਲਿਖ ਲਓ। ਉਰਵਾਰ ਪਾਰ ਕੇ ਦਾਨੀ ਹੈ ਕਿ ਉਰਵਾਰ ਪਾਰ, ਆਰ ਪਾਰ ਦੀ ਜਾਣਨ ਵਾਲਿਓ ਤੁਸੀਂ ਲਿਖ ਲਓ, ਮੇਰੇ ਲਿਖ ਲਿਓ ਆਲ ਪਰ, ਜੋ ਮਰਜ਼ੀ ਤੁਸੀਂ ਮੇਰੇ ਬਾਰੇ ਲਿਖ ਲਓ। ਮੋਹੇ ਜੰਮ ਡੰਡ ਨਾ ਲੱਗ ਗਈ, ਮੈਨੂੰ ਨਹੀਂ ਡੰਡਾ ਲੱਗਣਾ ਜਮਰਾਜ ਦਾ। ਤੁਸੀਂ ਜੋ ਮਰਜ਼ੀ ਰਿਪੋਰਟਾਂ ਮੇਰੀਆਂ ਦਿਓ, ਕਿਉਂ ਤਜੀ ਲੈ ਸਰਬ ਜੰਜਾਲ, ਕਿ ਮੈਂ ਤਾਂ ਰਾਮ ਦੇ ਨਾਂ ਦਾ ਵਣਜਾਰਾ, ਮੈਂ ਤਾਂ ਸਾਰੇ ਜੰਜਾਲ ਛੱਡ ਦਿੱਤੇ ਨੇ, ਇਸ ਲਈ ਮੈਂ ਤੁਹਾਡੀ ਪਕੜ ਦੇ ਵਿੱਚ ਨਹੀਂ ਆਵਾਂਗਾ। ਔਰ ਇਹ ਜਿਹੜਾ ਰੱਬ ਦੇ ਰੰਗ ਦੇ ਵਿੱਚ ਰੰਗਿਆ ਹੋਣਾ, ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ। ਹੁਣ ਜਦੋਂ ਵੀ ਗੁਰਬਾਣੀ 'ਚ ਦੋ ਰੰਗਾਂ ਦਾ ਜ਼ਿਕਰ ਹੁੰਦਾ ਹੈ, ਇੱਕ ਕਸੁੰਭ, ਦੂਸਰਾ ਮਜੀਠ। ਜੀ, ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਈ ਕਸੁੰਭੜੇ ਜਲ ਜਾਸੀ ਢੋਲਾ। ਹੁਣ ਕਸੁੰਭ ਦੀ ਗੱਲ ਕੱਚਾ, ਉਹ ਜਿਹੜਾ ਕਸੁੰਭ ਦਾ ਫੁੱਲ ਹੁੰਦਾ ਦੇਖਣ ਨੂੰ ਬਹੁਤ ਸੋਹਣਾ ਹੁੰਦਾ ਹੈ, ਜਦੋਂ ਤੁਸੀਂ ਹੱਥ ਲਾਉਂਦੇ ਹੋ ਫੁਸਕ ਹੋ ਜਾਂਦਾ, ਉਹ ਬਿਲਕੁਲ ਦਾ ਰੰਗ ਉੱਡ ਜਾਂਦਾ। ਇਸ ਦੇ ਉਲਟ ਜਿਹੜਾ ਮੇਰਾ ਇਹ ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਕਿ ਇਹ ਮਜੀਠ ਦਾ ਰੰਗ ਹੈ। ਤੇ ਭਗਤ ਜੀ ਵੀ ਇਸੇ ਮੈਟਾਫਰ ਨੂੰ ਇਸਤੇਮਾਲ ਕਰਦੇ ਨੇ। ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ। ਜਿਵੇਂ ਕਸੁੰਭ ਦਾ ਕੱਚਾ ਰੰਗ ਹੈ, ਇਵੇਂ ਇਹ ਸੰਸਾਰ ਹੈ। ਮੇਰੇ ਰਮਈਏ ਰੰਗ ਮਜੀਠ ਕਾ, ਰਮਈਆ ਸੋਹਣਾ ਰਾਮ, ਕਿ ਮੇਰੇ ਸੋਹਣੇ ਰਾਮ ਦਾ ਰੰਗ ਤਾਂ ਪੱਕਾ ਹੈ, ਮਜੀਠੜਾ। ਕਹ ਰਵਿਦਾਸ ਚਮਾਰ, ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਚੰਮ ਦਾ ਕੰਮ ਕਰਨ ਵਾਲਾ ਚਮਿਆਰ। ਇਹ ਕਹਿ ਰਹੇ ਕਿ ਭਾਈ ਮੈਨੂੰ ਮਾਣ ਹੈ ਆਪਣੇ ਰਮਈਏ ਤੇ ਕਿ ਮੈਂ ਉਸ ਦੇ ਰੰਗ ਮਜੀਠ 'ਚ ਰੰਗਿਆ ਹੋਇਆ, ਔਰ ਮੇਰਾ ਉਹੀ ਟਾਂਡਾ ਲੱਦਿਆ ਜਾ ਰਿਹਾ, ਔਰ ਮੈਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਮੇਰਾ ਰਮਈਆ ਮੇਰਾ ਰੱਖ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।